ਜਿਹੜੀ ਖੇਡ ਹੈ, ਸਿੱਖਾਂ ਦੀ ਜਿਹੜੀ ਖੇਡ ਹੈ, ਇਹਨੂੰ ਅਸੀਂ ਇੰਟਰਨੈਸ਼ਨਲ ਪਲੇਟਫਾਰਮ ਤੇ ਲੈ ਕੇ ਜਾਣਾ ਔਰ ਬਾਣੇ ਦੇ ਵਿੱਚ ਲੈ ਕੇ ਜਾਣਾ। ਜਦ ਗੱਤਕੇ ਦੇ ਨਾਮ ਦੇ ਉੱਤੇ ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਵੀ ਜਿਹੜਾ ਖੇਡ ਖੇਡੀ ਜਾ ਰਹੀ, ਜਿਹੜੀ ਸਾਡੇ ਵਾਸਤੇ ਚਿੰਤਾ ਦਾ ਸੰਸ਼ੋਧਨ ਬਾਣਾ ਹੈ, ਉਸ ਬਾਣੇ ਦੇ ਵਿੱਚ ਅਸੀਂ ਇਸ ਨੂੰ ਪਰਫਾਰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਤਕਾ ਪ੍ਰੇਮੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦਿੱਤੀ ਆ। ਉਹਨਾਂ ਨੇ ਮੀਰੀ ਪੀਰੀ ਦਿਵਸ ਮਨਾਉਂਦਿਆਂ ਸਾਰੀਆਂ ਜਥੇਬੰਦੀਆਂ, ਗੱਤਕੇ ਨੂੰ ਖੇਡਣ ਵਾਲੀਆਂ ਅਤੇ ਗੱਤਕੇ ਨੂੰ ਖਿਡਾਉਣ ਵਾਲੀਆਂ ਫੈਡਰੇਸ਼ਨਾਂ ਅਤੇ ਅਖਾੜੇ, ਉਹਨਾਂ ਦੀ ਇੱਕ ਇਕੱਤਰਤਾ ਕਰਕੇ ਉਹਦੇ ਵਿੱਚ ਐਲਾਨ ਕੀਤਾ ਹੈ ਕਿ ਗੱਤਕਾ ਜਿਹੜਾ ਹੈ ਇਹ ਟ੍ਰੈਡੀਸ਼ਨਲ ਬਾਣੇ ਦੇ ਵਿੱਚ ਹੀ ਖੇਡਿਆ ਜਾਵੇਗਾ, ਇਹ ਚੋਲੇ ਵਿੱਚ ਹੀ ਖੇਡਿਆ ਜਾਵੇਗਾ, ਇਹਨੂੰ ਇੰਟਰਨੈਸ਼ਨਲ ਲੈਵਲ 'ਤੇ ਲੈ ਕੇ ਜਾਇਆ ਜਾਵੇਗਾ, ਲੇਕਿਨ ਉੱਥੇ ਵੀ ਇਹਨੂੰ ਚੋਲੇ ਤੇ ਬਾਣੇ ਦੇ ਵਿੱਚ ਹੀ ਖੇਡਿਆ ਜਾਵੇਗਾ। ਇਸ ਖੇਡ ਨੂੰ ਇਹਦਾ ਸਰੂਪ ਵਿਗੜ ਨਹੀਂ ਦਿੱਤਾ ਜਾਵੇਗਾ। ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਹੁਣ ਹੋਰਨਾਂ ਸੂਬਿਆਂ ਦੇ ਵਿੱਚ ਵੀ ਜਿਹੜੇ ਪਤਿਤ ਲੋਕ ਨੇ ਉਹ ਗੱਤਕੇ ਦੇ ਨਾਂ ਦੇ ਉੱਤੇ ਇਸ ਖੇਡ ਨੂੰ ਖੇਡ ਰਹੇ ਨੇ। ਉਹਨਾਂ ਸੁਚੇਤ ਕੀਤਾ ਕਿ ਹੋ ਸਕਦਾ ਹੈ ਕਿ ਇਹ ਸਾਡੀ ਹੋਂਦ ਨੂੰ ਖਤਰਾ ਪੈਦਾ ਕਰ ਦੇਣ। ਜਿਹੜਾ ਸਾਡੇ ਕੋਲ ਮਾਰਸ਼ਲ ਆਰਟ ਆ, ਇਹੋ ਹੀ ਇਹਨੂੰ ਕਿਤੇ ਹਾਈਜੈਕ ਕਰ ਲੈਣ। ਸੋ ਇਸ ਕਰਕੇ ਸਿੰਘ ਸਾਹਿਬ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਤੁਸੀਂ ਸਾਰੇ ਇਕੱਠੇ ਹੋ ਕੇ, ਇਕੱਤਰ ਹੋ ਕੇ ਇੱਕ ਨੈਸ਼ਨਲ ਲੈਵਲ ਦੀ ਜਾਂ ਇੰਟਰਨੈਸ਼ਨਲ ਲੈਵਲ ਦੀ ਟੀਮ ਬਣਾਓ, ਜਿਹੜੀ ਕਿ ਬਾਹਰ ਪਰਫਾਰਮ ਕਰਨ ਜਾਵੇ। ਉਹ ਵੱਖ-ਵੱਖ ਅਖਾੜਿਆਂ 'ਚੋਂ, ਵੱਖ-ਵੱਖ ਫੈਡਰੇਸ਼ਨਾਂ 'ਚੋਂ ਉਹ ਸਿੰਘ ਲੈ ਜਾਣ। ਅੱਜ ਦੀ ਇਸ ਇਕੱਤਰਤਾ ਦੇ ਵਿੱਚ ਸਾਰੀਆਂ ਫੈਡਰੇਸ਼ਨਾਂ ਦੇ ਮੁਖੀ ਅਤੇ ਉਹਨਾਂ ਦੇ ਸਿੰਘ ਭਾਰੀ ਮਾਤਰਾ ਵਿੱਚ ਸ਼ਮੂਲੀਅਤ ਕੀਤੀ ਅਤੇ ਨਾਲ ਹੀ ਆਪਣੇ ਵਿਚਾਰ ਰੱਖੇ। ਇਸ ਮੌਕੇ ਬੋਲਦਿਆਂ ਸਿੰਘ ਸਾਹਿਬ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਨੇ ਰਲ ਕੇ ਚੱਲਣ ਦੀ ਅਤੇ ਅਕਾਲ ਤਖਤ ਸਾਹਿਬ ਦੇ ਉੱਤੇ ਆਪਣੇ ਸਾਰੇ ਅਖਾੜੇ ਅਤੇ ਫੈਡਰੇਸ਼ਨਾਂ ਨੂੰ ਜਿਹੜਾ ਹੈ ਉਹ ਰਜਿਸਟਰ ਕਰਾਉਣ ਵਾਸਤੇ ਵੀ ਅਪੀਲ ਕੀਤੀ। ਇਸ ਮੌਕੇ ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ ਅਤੇ ਜਥੇਦਾਰ ਬਾਬਾ ਸਵਰਨਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਆਪਣੇ ਵਿਚਾਰ ਰੱਖੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਭਾਵਨਾ ਦੇ ਨਾਲ ਪੂਰਾ ਸਮਰਥਨ ਦੇਣ ਦਾ ਇਹ ਉਹਨਾਂ ਨੇ ਵਾਅਦਾ ਕੀਤਾ। ਤਾਂ ਆਓ ਸੁਣਦੇ ਹਾਂ ਸਿੰਘ ਸਾਹਿਬ ਜੀ ਨੇ ਕੀ ਕਿਹਾ ਅਤੇ ਵੱਖ-ਵੱਖ ਬੁਲਾਰਿਆਂ ਨੇ ਕੀ ਕਿਹਾ। ਅੱਜ ਦੀ ਇਹ ਰਿਪੋਰਟ ਗੱਤਕਾ ਜਗਤ ਵਾਸਤੇ ਬਹੁਤ ਹੀ ਜ਼ਿਆਦਾ ਲਾਹੇਵੰਦ ਹੋਣ ਵਾਲੀ ਆ। ਸੋ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਪੂਰੀ ਦੀ ਪੂਰੀ ਵੀਡੀਓ ਦੇਖੋ ਅਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਤਾਂ ਕਿ ਇਹ ਹਰ ਘਰ ਵਿੱਚ ਜਾਵੇ, ਹਰ ਸਿੱਖ ਦੇ ਕੋਲ ਜਾਵੇ, ਹਰ ਸਿੰਘ ਦੇ ਕੋਲ ਜਾਵੇ ਔਰ ਗੱਤਕਾ ਖਿਡਾਰੀਆਂ ਕੋਲ ਜ਼ਰੂਰ ਜਾਣੀ ਚਾਹੀਦੀ ਹੈ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ। ਆਓ ਸੁਣਦੇ ਹਾਂ ਸਿੰਘ ਸਾਹਿਬ ਜੀ ਨੇ ਕੀ ਕਿਹਾ ਅਤੇ ਬੁਲਾਰਿਆਂ ਨੇ ਕੀ ਕਿਹਾ। ਅੱਜ ਦੀ ਜਿਹੜੀ ਇਕੱਤਰਤਾ ਸਦਨ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਅਸੀਂ ਇਸ ਜਿਹੜੀ ਖੇਡ ਹੈ, ਸਿੱਖਾਂ ਦੀ ਜਿਹੜੀ ਖੇਡ ਹੈ, ਇਹਨੂੰ ਅਸੀਂ ਇੰਟਰਨੈਸ਼ਨਲ ਪਲੇਟਫਾਰਮ ਤੇ ਲੈ ਕੇ ਜਾਣਾ ਔਰ ਬਾਣੇ ਦੇ ਵਿੱਚ ਲੈ ਕੇ ਜਾਣਾ। ਜੋ ਸਾਡਾ ਟ੍ਰੈਡੀਸ਼ਨਲ ਬਾਣਾ ਹੈ ਖਾਲਸੇ ਦਾ, ਉਸ ਬਾਣੇ ਦੇ ਵਿੱਚ ਜਿਹੜਾ ਹੈ ਉਹ ਅਸੀਂ ਲੈ ਕੇ ਜਾਣਾ ਚਾਹੁੰਦੇ। ਮੇਰੇ ਵੀਰ ਗੁਰਮੋਹਰ ਸਿੰਘ ਅਨੰਦਪੁਰ ਸਾਹਿਬ ਤੋਂ, ਇਹਨਾਂ ਨਾਲ ਵੀ ਗੱਲ ਹੋਈ, ਹੋਰ ਬਹੁਤ ਸਾਰੇ ਜਿਹੜੇ ਵਿਦਵਾਨ ਹੈ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਤੇ ਸਾਰਿਆਂ ਨੇ ਇੱਕੋ ਮੰਨਣਾ ਸੀ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਅਸੀਂ ਇੰਟਰਨੈਸ਼ਨਲ ਮੰਚ ਦੇ ਉੱਤੇ ਲੈ ਕੇ ਜਾਈਏ, ਦੁਨੀਆ ਦੇਖੇ, ਸੰਸਾਰ ਦੇਖੇ, ਅਸੀਂ ਤਾਂ ਭਾਰਤ ਨੂੰ ਨਹੀਂ ਨਾ ਦਿਖਾ ਸਕੇ ਔਰ ਭਾਰਤ ਨੂੰ ਨਹੀਂ ਦੱਸ ਸਕੇ ਕਿ ਜਿਹੜੀ ਕਲਾ ਹੈ ਸਾਡੀ ਹੈ। ਜਦ ਗੱਤਕੇ ਦੇ ਨਾਮ ਦੇ ਉੱਤੇ ਬਿਹਾਰ ਦੇ ਵਿੱਚ, ਬੰਗਾਲ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਵੀ ਜਿਹੜਾ ਖੇਡ ਖੇਡੀ ਜਾ ਰਹੀ, ਜਿਹੜੀ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਵੀ ਹੈ ਕਿ ਸਾਡੇ ਹੱਥਾਂ ਦੇ ਵਿੱਚੋਂ ਇਸ ਕਲਾ ਨੂੰ ਖੋਹਣ ਦਾ ਯਤਨ ਹੋ ਰਿਹਾ। ਅਸੀਂ ਇਹ ਚਾਹੁੰਦੇ ਹਾਂ, ਜਦੋਂ ਅਸੀਂ ਸਾਰਿਆਂ ਨਾਲ ਗੱਲਬਾਤ ਕੀਤੀ, ਚਿੰਤਕਾਂ ਨਾਲ ਗੱਲਬਾਤ ਕੀਤੀ, ਵਿਦਵਾਨਾਂ ਨਾਲ ਗੱਲਬਾਤ ਕੀਤੀ, ਤਾਂ ਇੱਕੋ ਹੀ ਗੱਲ ਜਿਹੜੀ ਸਾਹਮਣੇ ਆਈ ਕਿ ਜਿੰਨੀਆਂ ਵੀ ਦੁਨੀਆ ਭਰ ਦੇ ਵਿੱਚ ਸਿੱਖਾਂ ਦੀਆਂ ਸੰਸਥਾਵਾਂ ਕਾਰਜਸ਼ੀਲ ਨੇ ਇਸ ਖੇਡ ਦੇ ਪ੍ਰਤੀ, ਚਾਹੇ ਉਹ ਫੈਡਰੇਸ਼ਨ ਹੈ ਜਾਂ ਅਖਾੜੇ ਹੈ, ਇਹਨਾਂ ਨੂੰ ਚੈਨਲਾਈਜ਼ ਕੀਤਾ ਜਾਏ, ਇਹਨਾਂ ਨੂੰ ਜੁਆਇੰਟ ਕੀਤਾ ਜਾਏ। ਭਾਵੇਂ ਅਲੱਗ-ਅਲੱਗ ਆਪਣਾ ਕਾਰਜ ਕਰਨ, ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਇੱਕ ਪਲੇਟਫਾਰਮ ਦੇ ਥੱਲੇ ਸਾਰੇ ਇਕੱਠੇ ਹੋਣ, ਫਿਰ ਅਸੀਂ ਜਿਹੜਾ ਇਹਨੂੰ ਅਸੀਂ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾ ਸਕਦੇ। ਜਿਵੇਂ ਅਬੀਰ ਨੇ ਦੱਸਿਆ ਕਿ ਅਗਲੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇੰਗਲੈਂਡ ਦੇ ਵਿੱਚ ਖੇਡਾਂ ਹੋ ਰਹੀਆਂ ਨੇ ਔਰ ਉਹਦੇ ਵਿੱਚ ਕਬੱਡੀ ਜਿਹੜੀ ਹੈ ਪਹਿਲੀ ਵਾਰ ਜਾ ਰਹੀ ਹੈ। ਮੇਰੇ ਖਿਆਲ ਕਬੱਡੀ ਜਾ ਰਹੀ ਹੈ ਪਹਿਲੀ ਵਾਰ, ਤੇ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਕਬੱਡੀ ਜਾਵੇ ਤੇ ਉੱਥੇ ਸਾਡੀ ਇਹ ਮਾਰਸ਼ਲ ਆਰਟ ਵੀ ਜਿਹੜੀ ਹੈ ਉੱਥੇ ਚਲੀ ਜਾਏ।
ਉੱਥੇ ਇੰਗਲੈਂਡ ਦੇ ਵਿੱਚ ਮੇਰੇ ਖਿਆਲ ਸਭ ਤੋਂ ਵੱਡਾ ਜਿਹੜਾ ਕੋਈ ਆਡੀਟੋਰੀਅਮ ਜਾਂ ਗਰਾਊਂਡ ਹੈ ਜਿਹੜਾ ਉਹਨਾਂ ਨੇ ਬੁੱਕ ਕੀਤਾ ਹੈਗਾ। ਉੱਥੇ ਇਹ ਗੇਮਸ ਜਿਹੜੀਆਂ ਹੋਣੀਆਂ ਤੇ ਉੱਥੇ ਅਸੀਂ ਜਾ ਕੇ ਜਿਹੜਾ ਗੱਤਕੇ ਦੀ ਪ੍ਰਦਰਸ਼ਨੀ ਕਰੀਏ ਔਰ ਆਪਣੇ ਟ੍ਰੈਡੀਸ਼ਨਲ ਬਾਣੇ ਦੇ ਵਿੱਚ ਕਰੀਏ। ਜਿਹੜਾ ਸਾਡਾ ਟ੍ਰੈਡੀਸ਼ਨਲ ਬਾਣਾ ਹੈ ਉਸ ਬਾਣੇ ਦੇ ਵਿੱਚ ਅਸੀਂ ਇਸ ਨੂੰ ਪਰਫਾਰਮ ਕਰੀਏ। ਇਹਦੇ ਵਾਸਤੇ ਜਿਹੜਾ ਅਸੀਂ ਅੱਜ ਦੀ ਜਿਹੜੀ ਇਕੱਤਰਤਾ ਬੁਲਾਈ ਹੈ। ਹੁਣ ਅਸੀਂ ਜੁਆਇੰਟ ਕਿਵੇਂ ਹੋਣਾ, ਅਸੀਂ ਚੈਨਲਾਈਜ਼ ਕਿਵੇਂ ਹੋਣਾ, ਇਹ ਤੁਹਾਡੇ ਸਹਿਯੋਗ ਦੇ ਨਾਲ। ਜਿੰਨੀਆਂ ਵੀ ਫੈਡਰੇਸ਼ਨਾਂ ਆਈਆਂ ਨੇ, ਜਿੰਨੇ ਵੀ ਅਖਾੜੇ ਆਏ ਨੇ, ਮੈਂ ਇੱਕ ਇਹ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਨਾਮ, ਕਿੰਨੇ ਮੈਂਬਰਸ ਨੇ, ਈਮੇਲ ਨੰਬਰ, ਕੰਟੈਕਟ ਨੰਬਰ ਸਾਰੇ ਜਿਹੜੇ ਹੈ ਉਹ ਸਾਨੂੰ ਤੁਸੀਂ ਦੇ ਕੇ ਜਾਓ। ਸ੍ਰੀ ਅਕਾਲ ਤਖਤ ਸਾਹਿਬ ਤੇ ਸਾਡੇ ਕੋਲ ਹੋਵੇ ਕਿ ਇਸ ਤਰ੍ਹਾਂ ਜਿਹੜੇ ਸਾਡੇ ਕੋਲ ਇੱਕ ਕਿਸਮ ਦਾ ਸਮਝ ਲਓ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਤੁਹਾਨੂੰ ਰਜਿਸਟਰ ਹੀ ਕਰ ਲੈਣਾ ਹੈ। ਠੀਕ ਹੈ, ਤੁਸੀਂ ਆਪਣੇ ਆਪਣੇ ਖੇਤਰ ਦੇ ਵਿੱਚ ਕਾਰਜਸ਼ੀਲ ਰਹੋ। ਥੋੜੇ ਬਹੁਤੇ ਆਪਸ ਦੇ ਵਿੱਚ ਮਤਭੇਦ ਵੀ ਹੁੰਦੇ ਆ, ਆਪੇ ਜਦੋਂ ਅਸੀਂ ਇਕੱਠੇ ਬੈਠ ਕੇ ਇਸ ਚੀਜ਼ ਨੂੰ ਦੇਖਾਂਗੇ ਦੂਰ ਹੋ ਜਾਣਗੇ। ਪਰ ਘੱਟੋ ਘੱਟ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਵਿੱਚ ਅਸੀਂ ਸਾਰੇ ਮਤਭੇਦ ਆਪਣੇ ਆਪਣੇ ਇਲਾਕੇ 'ਚ, ਆਪਣੇ ਆਪਣੇ ਖੇਤਰ 'ਚ ਛੱਡ ਕੇ ਜਿਹੜਾ ਹੈ ਉਹ ਇਕੱਠੇ ਹੋਣਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਅੱਜ ਅਸੀਂ ਆਏ ਹਾਂ। ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਅਸੀਂ ਇਸ ਜਿਹੜੀ ਸਾਡੀ ਕਲਾ ਹੈ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ, ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ। ਇਹਨੂੰ ਅਸੀਂ ਬਸ ਸਿਰਫ ਤੇ ਸਿਰਫ ਅੰਤਰਰਾਸ਼ਟਰੀ ਮੰਚ ਦੇ ਉੱਤੇ ਜਿਹੜਾ ਹੈ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਖਣਾ ਚਾਹੁੰਦੇ ਹਾਂ। ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਕਾਰਜ ਜਿਹੜਾ ਨੇਪਰੇ ਚੜ੍ਹਨਾ ਹੈ। ਤੇ ਜੇ ਇੱਕ ਵਾਰੀ ਅਸੀਂ ਉੱਥੇ ਪ੍ਰਦਰਸ਼ਨ ਕਰਤਾ ਤੇ ਜਿਵੇਂ ਵੀਰ ਨੇ ਦੱਸਿਆ ਨਾ ਕਿ ਵੱਡੀਆਂ ਵੱਡੀਆਂ ਕੰਪਨੀਆਂ ਦੂਸਰਾ ਤੀਸਰਾ ਸਾਡੇ ਅੱਗੇ ਪਿੱਛੇ ਕਰਨਗੀਆਂ, ਸਾਨੂੰ ਫੰਡਸ ਦੀ ਕੋਈ ਕਮੀ ਨਹੀਂ ਆਏਗੀ, ਫਿਰ ਅਸੀਂ ਇਸ ਨੂੰ ਹੋਰ ਵੱਡੇ ਲੈਵਲ ਤੇ ਲੈ ਕੇ ਜਾ ਸਕਾਂਗੇ। ਬਿਲਕੁਲ ਦਰੁਸਤ ਹੋਏਗਾ। ਪਰ ਇੱਕ ਵਾਰ ਸਾਨੂੰ ਉੱਥੇ ਐਂਟਰੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਔਰ ਉਹਦੇ ਲਈ ਅਸੀਂ ਯਤਨਸ਼ੀਲ ਹੈ ਔਰ ਇਸੇ ਲਈ ਅਸੀਂ ਤੁਹਾਨੂੰ ਸਾਰਿਆਂ ਨੂੰ ਬੁਲਾਇਆ। ਇੱਕ ਤਾਂ ਜਿੰਨੇ ਵੀ ਅਖਾੜੇ ਜਾਂ ਫੈਡਰੇਸ਼ਨਾਂ ਨੇ ਉਹ ਆਪਣੇ ਨਾਮ, ਈਮੇਲ, ਸਾਰਾ ਕੁਝ ਪਤੇ ਜਿਹੜੇ ਆ ਉਹ ਨੋਟ ਕਰਾ ਕੇ ਜਾਣ। ਤੇ ਇੱਕ ਮੈਂ ਚਾਹਾਂਗਾ ਕਿ ਕਿਸ ਤਰ੍ਹਾਂ ਅਸੀਂ ਸਾਂਝੇ ਰੂਪ ਦੇ ਵਿੱਚ ਯਤਨ ਕਰ ਸਕਦੇ ਹਾਂ, ਉਹ ਸੁਝਾਅ ਜਿਹੜੇ ਹੈ ਉਹ ਤੁਸੀਂ ਇੱਕ ਪੇਜ ਤੇ 2 ਪੇਜਾਂ ਦੇ ਉੱਤੇ ਜ਼ਰੂਰ ਜਿਹੜਾ ਹੈ ਉਹ ਸਾਨੂੰ ਲਿਖ ਕੇ ਦੇ ਕੇ ਜਾਓ ਕਿ ਇਸ ਨੂੰ ਇਹਦੇ ਵਿੱਚ ਹੋਰ ਸੁਧਾਰ ਕਰਨ ਵਾਸਤੇ, ਹੋਰ ਇਕੱਠੇ ਹੋਣ ਵਾਸਤੇ ਕੀ ਕੁਝ ਜਿਹੜਾ ਉਹ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਅਗਲੀ ਇਕੱਤਰਤਾ ਜਿਹੜੀ ਆਪਾਂ ਕਰੀਏ, ਜਿੱਥੇ ਵੀ ਕਰੀਏ, ਜਾਂ ਬੈਕਰੀ ਜਿੰਨੇ ਅਖਾੜੇ, ਜਿੰਨੀਆਂ ਫੈਡਰੇਸ਼ਨਾਂ ਸੱਦ ਕੇ ਤੇ ਉਹਦੇ ਵਿੱਚੋਂ ਚੂਜ਼ ਕਰ ਲਈਏ, ਟੀਮ ਤਿਆਰ ਕਰ ਲਈਏ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਜਾਵੇ। ਤਾਂ ਇਸ ਤਰ੍ਹਾਂ ਦਾ ਵੀ ਆਪਾਂ ਯਤਨ ਜਿਹੜਾ ਉਹ ਕਰ ਸਕਦੇ ਹਾਂ। ਕਿਉਂਕਿ ਕਿਸੇ ਅਖਾੜੇ ਕੋਲੇ ਹੈਗੇ ਸਿੰਘ, ਕਿਸੇ ਦੂਜੇ ਕੋਲੇ, ਕਿਸੇ ਕੋਲੇ ਕੋਈ ਹੱਥ ਹੈ, ਕਿਸੇ ਕੋਲੇ ਕੋਈ ਹੱਥ ਹੈ, ਤੇ ਅਸੀਂ ਸਾਰੇ ਜਿਵੇਂ ਹੁੰਦਾ ਨਾ ਬਾਕੀ ਗੇਮਾਂ ਦੇ ਵਿੱਚ ਚੁਣ ਲੈਂਦੇ ਨੇ ਬੱਚੇ, ਇਸ ਤਰ੍ਹਾਂ ਚੁਣ ਕੇ ਅਸੀਂ ਉਹਨਾਂ ਨੂੰ ਫਿਰ ਪ੍ਰਬੰਧ ਕਰ ਸਕੀਏ ਕਿ ਉਹ ਟੀਮ ਖੇਡੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ, ਜਾ ਕੇ ਉੱਥੇ ਪ੍ਰਦਰਸ਼ਨ ਕਰੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਸਿੰਘ ਆਏ ਨੇ ਖੇਡਣ ਵਾਸਤੇ ਔਰ ਪੂਰੇ ਟ੍ਰੈਡੀਸ਼ਨਲ ਬਾਣੇ ਦੇ ਵਿੱਚ ਆਏ ਨੇ। ਉਹਦੇ 'ਚ ਕੌਮ ਦਾ ਵੀ ਨਾਮ, ਸਾਡੀ ਖੇਡ ਵੀ ਪ੍ਰਮੋਟ ਹੋਊਗੀ, ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਾਨ ਬਾਣ ਵੀ ਜਿਹੜੀ ਹੈ ਉਹ ਕਾਇਮ ਹੋਏਗੀ। ਬਸ ਇਸੇ ਕਰਕੇ ਇਸੇ ਹੀ ਏਜੰਡੇ ਦੇ ਉੱਤੇ ਅੱਜ ਦੀ ਇਕੱਤਰਤਾ ਰੱਖੀ ਗਈ ਹੈ, ਕਿਉਂਕਿ ਜਿਵੇਂ ਬੜੇ ਨੇ ਬੋਲਣਾ ਸਾਰਾ ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਕੁਛ ਨਾ ਕੁਛ ਵਿਚਾਰ ਦਈਏ। ਮੈਂ ਫਿਰ ਕਹਾਂ ਕਿ 2 ਕਾਰਜ ਕਰਨੇ ਨੇ, ਸੁਝਾਅ ਲਿਖ ਕੇ ਦੇ ਜਾਣੇ ਨੇ। ਜਿੰਨੇ ਸੁਝਾਅ ਤੁਸੀਂ ਲਿਖ ਕੇ ਦੇ ਕੇ ਜਾਓਗੇ ਉਹਦੇ ਤੇ ਬਿਲਕੁਲ ਗੌਰ ਜਿਹੜੀ ਹੈ ਉਹ ਕੀਤੀ ਜਾਓ ਔਰ ਜਿਹੜੇ ਮੰਨੇ ਜਾਣ ਵਾਲੇ ਹੋਏ ਮੰਨੇ ਜਾਣਗੇ। ਔਰ ਕੋਸ਼ਿਸ਼ ਕਰਦੇ ਹਾਂ ਕਿ ਅਗਲੀ ਮੀਟਿੰਗ ਆਪਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਤੇ ਰੱਖਾਂਗੇ, ਪਰ ਉਹ ਮੀਟਿੰਗ ਨਹੀਂ ਹੋਏਗੀ, ਉਹ ਆਪਾਂ ਇੱਕ ਪ੍ਰਦਰਸ਼ਨ ਰੱਖਾਂਗੇ ਤੇ ਸਾਰੀਆਂ ਟੀਮਾਂ, ਸਾਰੇ ਅਖਾੜੇ ਜਿਹੜੇ ਆ ਉਹ ਪੂਰੀ ਤਰ੍ਹਾਂ ਤਿਆਰ ਹੋ ਕੇ ਜਿਹੜਾ ਹੈ ਉਹ ਆਉਣਾ ਤੇ ਉੱਥੇ ਫਿਰ ਆਪਾਂ ਇਹਨੂੰ ਦੇਖਾਂਗੇ ਕਿ ਕਿਸ ਤਰ੍ਹਾਂ ਇਸ ਨੂੰ ਕਰਨਾ ਹੈ। ਤੇ ਇੱਕ ਆਪਾਂ ਇਹਨੂੰ ਚੈਨਲਾਈਜ਼ ਕਿਵੇਂ ਕਰ ਸਕਦੇ ਹਾਂ, ਜੁਆਇੰਟ ਕਿਵੇਂ ਕਰ ਸਕਦੇ ਹਾਂ। ਜਿਵੇਂ ਜਿੰਨੇ ਅਖਾੜੇ ਨੇ ਜਾਂ ਜਿੰਨੀਆਂ ਫੈਡਰੇਸ਼ਨ ਆ ਉਹਨਾਂ ਦੇ ਜਿਹੜੇ ਮੁਖੀ ਸਾਹਿਬਾਨ ਹੈ ਉਹਨਾਂ ਦੀ ਆਪਾਂ ਇੱਕ ਸਾਂਝੀ ਜਿਹੜੀ ਹੈ ਕਮੇਟੀ ਵੀ ਬਣਾ ਸਕਦੇ ਤਾਂ ਕਿ ਜਦੋਂ ਸੰਪਰਕ ਕਰਨਾ ਤੇ ਉਹਦੇ ਕਿਉਂਕਿ ਸਾਰਿਆਂ ਨੂੰ ਕਈ ਵਾਰੀ ਇਕੱਠੇ ਸੱਦਣਾ
ਸੰਭਵ ਨਹੀਂ ਹੁੰਦਾ ਤੇ ਮੁਖੀ ਸਾਹਿਬਾਨ ਜਿਹੜੇ ਇਕੱਠੇ ਸਿਰ ਜੋੜ ਕੇ ਬੈਠ ਜਾਣ ਕਿਸ ਤਰ੍ਹਾਂ ਆਪਾਂ ਕਰ ਸਕਦੇ, ਕਿਸ ਤਰ੍ਹਾਂ। ਮੁੱਖ ਗੱਲ ਹੁਣ ਮੈਂ ਫਿਰ ਲਾਸਟ ਦੇ ਵਿੱਚ ਦੁਹਰਾ ਦਾਂ ਕਿ ਹੋਰ ਕੋਈ ਮਕਸਦ ਨਹੀਂ, ਸਾਡਾ ਇਹੋ ਮਕਸਦ ਹੈ ਕਿ ਸਾਡਾ ਬਾਣਾ, ਸਾਡੀ ਇਹ ਕਲਾ ਦੁਨੀਆ ਦੇਖੇ, ਸੰਸਾਰ ਦੇਖੇ, ਹੋਰ ਸਾਡਾ ਕੋਈ ਮਕਸਦ ਨਹੀਂ ਹੈ। ਇਹਨੇ ਸ਼ਬਦ ਪ੍ਰਵਾਨ ਕਰਨੇ। ਇਹ ਮਤ ਸਮਝਿਓ ਅਸੀਂ ਕੋ ਆਪਣਾ ਬਿਜ਼ਨਸ ਕਰ ਲਿਆ ਹੋਏ ਜਾਂ ਕੋ ਆਪਣੇ ਘਰ ਦਾ ਕੰਮ ਕਰ ਲਿਆ ਹੋਏ ਨਾ, ਅਸੀਂ ਅਸਰ ਬਿਹਤਰ ਕਰਕੇ ਮਗਰ ਭੱਜ ਰਹੇ। ਕੋਈ ਸ਼ਰਾਧ ਲਾ ਲਓ, ਜਨੂਨ ਲਾ ਲਓ, ਜਾਂ ਸਮਰਪਿਤ ਭਾਵਨਾ ਦਾ, ਜਾਂ ਫੋਟੋਆਂ ਖਿਚਾਉਣ ਦਾ ਚਾਅ ਲਾ ਲਓ, ਜਾਂ ਸਟੇਜਾਂ ਤੇ ਖਲੋਗੇ ਫੋਟੋ ਦਾ ਚਾਅ ਲਾ ਲਓ। ਤੇ ਕਹਿਣ ਦਾ ਭਾਵ ਕਿ ਉਹਦੇ ਵਿੱਚ ਸਾਡਾ ਮੋਟਿਵ ਕੀ ਸੀ ਕਿ ਗੱਤਕਾ ਕਿਸੇ ਢੰਗ ਨਾਲ ਪ੍ਰਮੋਟ ਹੋਏ ਤੇ ਬਾਣੇ ਚ ਹੋਏ। ਅੱਜ ਹੁਣ ਸਿਰਫ ਦੋ ਹੀ ਗੱਲਾਂ ਕਰੀਏ ਜਿਹੜੀਆਂ ਸਿੰਘ ਸਾਹਿਬ ਕਰਕੇ ਗਏ। ਇੱਕ ਕਿਹਾ ਫੈਡਰੇਸ਼ਨਾਂ ਨੂੰ ਚੈਨਲਾਈਜ਼ ਕਿਵੇਂ ਕਰੀਏ, ਉਹਨਾਂ ਕਿਹਾ ਚੈਨਲਾਈਜ਼ ਕਿਵੇਂ ਹੋਣਗੀਆਂ ਫੈਡਰੇਸ਼ਨਾਂ। ਚੈਨਲਾਈਜ਼ ਦਾ ਭਾਵ ਹੈ ਕਿ ਸਾਰੇ ਇਕੱਠਾ ਕਿਸ ਤਰ੍ਹਾਂ ਹੋ ਗਏ। ਇਹਦੀ ਤੇ ਕੋਈ ਦੂਸਰੀ ਰਾਏ ਨਹੀਂ। ਜਿੱਥੇ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਕਰਦਾ ਸਾਡਾ ਤਾਂ ਸਹੀ ਕੱਖ ਨਹੀਂ ਜਾਂਦਾ। ਸਾਡੀ ਫੈਡਰੇਸ਼ਨ ਦੀ ਹੈ ਕੀ, ਅਸੀਂ ਕਿਉਂ ਪਾਟੇ ਆ, ਸਾਡੀ ਤਾਂ ਮੈਂ ਆ, ਸਾਡਾ ਤੇ ਹੰਕਾਰ ਆ। ਤੇ ਜਦੋਂ ਅਕਾਲ ਤਖਤ ਸਾਹਿਬ ਦਾ ਕੁੰਡਾ ਉੱਤੇ ਹੋਏਗਾ ਫਿਰ ਹੰਕਾਰ ਮਾਰਿਆ ਜਾਣਾ, ਫਿਰ ਅਸੀਂ ਆਪੇ ਇਕੱਠੇ ਹੋ ਜਾਣਾ। ਅਸੀਂ ਵੱਡਾ ਸਾਹਿਬ ਦੇ ਜਰੀਏ ਸਿੰਘ ਸਾਹਿਬ ਦੇ ਵਿਸ਼ਵਾਸਨ ਤੋਂ ਆਉਂਦੇ ਆ ਕਿ ਤੁਸੀਂ ਜੋ ਹੁਕਮ ਲਾਓਗੇ ਉਹ ਸਾਰੀਆਂ ਫੈਡਰੇਸ਼ਨਾਂ ਮੰਨਣ ਨੂੰ ਤਤਪਰ ਹੋਣਗੇ, ਤਿਆਰ। ਹੁਣ ਵੇਖੋ ਮੇਰੇ ਸਾਥੀਓ ਪਿਆਰਿਓ ਸਿੰਘੋ, ਵੇਖੋ ਅਸੀਂ ਅੱਗੇ ਲੱਗੇ ਹਾਂ ਤੇ ਕਈ ਥਾਈਂ ਅਸੀਂ ਗਏ, ਤੁਹਾਨੂੰ ਕਈ ਵਾਰ ਦੱਸਿਆ ਜਾਂ ਨਹੀਂ ਦੱਸਿਆ, ਪਤਾ ਜਾਂ ਨਹੀਂ ਪਤਾ। ਅਸੀਂ ਆ ਭਾਈ ਗੁਰਤੇਜ ਸਿੰਘ ਬੈਠੇ ਨੇ, ਅਸੀਂ ਸਰਦਾਰ ਤਰਲੋਚਨ ਸਿੰਘ ਜਿਹੜੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸੀ ਹਰਿਆਣੇ ਤੋਂ, ਪ੍ਰਿਤਪਾਲ ਸਿੰਘ ਦੇ ਨਾਲ ਅਸੀਂ ਨਾਲ ਲੈ ਕੇ ਤੇ ਗਏ ਸੀ ਮਨੋਹਰ ਸਿੰਘ ਗਿੱਲ ਸਾਹਿਬ ਉਸ ਵੇਲੇ ਸਪੋਰਟਸ ਮਿਨਿਸਟਰੀ ਸੈਂਟਰ ਤੇ। ਉਹਨਾਂ ਨੇ ਕਿਹਾ ਜੀ ਤੁਸੀਂ ਗੱਤਕਾ ਓਲੰਪਿਕ ਲੈ ਕੇ ਜਾਣਾ ਚਾਹੁੰਦੇ, ਸਾਡੇ ਸਿਰ ਤੇ ਬੜਾ ਭੂਤਵਾਰੀ ਓਲੰਪਿਕ ਚਲਾਇਆ। ਉਹਨਾਂ ਸਾਨੂੰ ਸਮਝਾਇਆ ਕਿ ਕਿਹੜੇ ਪਾਸੇ ਤੁਰ ਕੇ ਜੋ ਖਾਲਸਿਓ, ਨਾ ਗੱਤਕਾ ਰਹਿਣਾ ਤੁਹਾਡੇ ਕੋਲ, ਨਾ ਗੁਰਮਤ ਰਹਿਣੀ ਆ। ਓਲੰਪਿਕ ਚੱਲ ਗਏ ਤੇ ਦੂਸਰੇ ਖੇਡਣੇ ਤੁਹਾਨੂੰ ਜੇ ਉਹਨਾਂ ਕੋਈ ਇੱਕ ਉਦਾਹਰਨ ਵੀ ਦਿੱਤੀ, ਅੱਜ ਨੂੰ ਭੁੱਲ ਗਈ ਆ, ਉਹਨੂੰ ਸਭ ਨੂੰ ਪਤਾ ਲੱਗੇ ਇੱਕ ਉਦਾਹਰਨ ਨਹੀਂ ਦਿੱਤੀ ਕਿ ਉਹ ਫਲਾਣਾ ਆਰਟਿਸਟ ਦਾ ਤੇ ਉਹਨਾਂ ਦਾ ਨਾਂ ਤੇ ਹੀ ਕੋਈ ਨਹੀਂ, ਤੇ ਉਹਨਾਂ ਨੇ ਹੋਰ ਹੀ ਕੁਝ ਬਣਾ ਲਿਆ। ਸਾਡੇ ਦਿਮਾਗ 'ਚ ਬਹਿ ਗਈ ਵੀ ਗੱਲ ਠੀਕ ਆ। ਉਹਨਾਂ ਨੇ ਫਿਰ ਸਾਨੂੰ ਸਮਝਾਇਆ ਕਿ ਇਹਦਾ ਇੱਕੋ ਕਹਾਣੀ ਪਲੇਟਫਾਰਮ ਯੂਨੈਸਕੋ ਜਿੱਥੇ ਹੈਰੀਟੇਜ ਆਪਣਾ ਕਰਾ ਦਿਓ, ਜੋ ਪ੍ਰਮੋਟ ਉਹਨਾਂ ਨੇ ਅੱਜ ਉਹਦੇ ਨਾਲ ਕਰ ਲਓ ਕੰਪਲੀਟ। ਓਲੰਪਿਕਸ ਦਾ ਰਾਬਤਾ ਵੀ ਨਾਲ ਉਹਦੇ ਵਿੱਚ ਪੈਰਾ ਓਲੰਪਿਕ ਹੁੰਦੀਆਂ ਨੇ ਕਈ, ਉਹਦੇ ਓਲੰਪਿਕ ਦੇ ਕਈ, ਜਿਸ ਤਰ੍ਹਾਂ ਹੁਣ ਇਹਦਾ ਭਾਈ ਸਾਹਿਬ ਨੇ ਦੱਸਿਆ ਨਾ ਬਈ ਉਹ ਉੱਥੇ ਵੈਸੇ ਓਲੰਪਿਕ ਦੇ ਡਿਸਟ੍ਰਿਕਟ ਆਈ, ਉਸ ਵਿੱਚ ਓਲੰਪਿਕ ਤੁਸੀਂ ਕੰਪੀਟੀਸ਼ਨ ਨਹੀਂ ਕਰ ਸਕਦੇ, ਤੁਸੀਂ ਡੈਮੋਸਟ੍ਰੇਸ਼ਨ ਕਰ ਸਕਦੇ ਹੋ, ਉਹ ਵੱਖਰੀ ਚੀਜ਼ ਹੈ। ਚਲੋ ਉਹ ਵੀ ਚੰਗੀ ਗੱਲ ਹੈ। ਤੋ ਦੂਸਰੀ ਗੱਲ ਇਹ ਆ ਕਿ ਜਿਹੜਾ ਇਹ ਬਾਣੇ ਦੇ ਵਿੱਚ ਜਾਣਾ, ਇਹ ਉੱਥੇ ਜਾਣਾ। ਮੈਂ ਪੱਡਾ ਸਾਹਿਬ ਨੂੰ ਬੇਨਤੀ ਹੋਰ ਕਰਾਂ ਕਿ ਸਿੰਘ ਸਾਹਿਬ ਨੂੰ ਜਿਹੜੀ ਤੁਸੀਂ ਪਹੁੰਚਾ ਦਿਓ ਸਾਡੀ ਇਹ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੁਲਾਜ਼ਮ ਨੇ ਇਹਨਾਂ ਨੂੰ ਬਣਾਇਆ ਗਿਆ ਵੀ ਛੱਡ ਜਦੋਂ ਇਹ ਸਦਨ ਦੇ ਲਗਾਉਂਦੇ ਤੇ ਦੂਸਰੀ ਗੱਲ ਇਹਨਾਂ ਨੂੰ ਇਹ ਵੀ ਹੁਕਮ ਲਾਇਆ ਜਾਏ ਵੀ ਸ਼ਾਸਤਰ ਜਿਹੜੀ ਕਿਰਪਾਨ ਸਿੰਘ ਸਾਹਿਬ ਪਾਉਂਦੇ ਹੋ ਇਹਦਾ ਕੋਈ ਸਾਈਜ਼ ਹੋਣਾ ਚਾਹੀਦਾ। ਤਿੰਨ ਜਿਹੜੀਆਂ ਕਿਰਪਾਨਾਂ ਪਾਈਆਂ ਇਹਨੇ ਨੇ ਤੇ ਲੋਕਾਂ ਨੇ ਦਰਵਾਜ਼ੇ ਜਵਾਬ ਇਹਨਾਂ ਰੱਖੇ ਤੇ ਅਸੀਂ ਸ਼ਾਸਤਰ ਦੇ ਪ੍ਰਦਰਸ਼ਨ ਦੀ ਗੱਲ ਕਰਨਾ ਕਰਦੇ ਸਿੰਘ ਸਾਹਿਬ ਕਹਿੰਦੇ ਤੁਸੀਂ ਸ਼ਾਸਤਰ ਜਿਹੜੇ ਉਹ ਰੁਕਦਾ ਹੋਊਗਾ। ਇਸ ਕਰਕੇ ਮੇਰੀ ਬੇਨਤੀ ਆ ਕਿ ਟ੍ਰੈਡੀਸ਼ਨਲ ਚ ਕੀ ਫਾਇਦਾ ਵਾ। ਦੇਖੋ ਕਦੀ ਗੱਲ ਇਹ ਨਹੀਂ ਕਿ ਬਾਣੇ ਵਿੱਚ ਬੰਦਾ ਖਲੋਤਾ ਸਿੰਘ ਖਲੋਤਾ ਤੇ ਉਹਦਾ ਮੋਦਾ ਖੇਡੂਗਾ, ਨਹੀਂ ਇਹ ਗੱਲ ਨਹੀਂ ਗੀ। ਗੱਲ ਅਸਲ ਚ ਸਭ ਤੋਂ ਵੱਡੀ ਇਹ ਆ, ਖਤਰਾ ਇਹ ਆ ਸਾਡੀ ਹੋਂਦ ਨੂੰ ਖਤਰਾ ਆ, ਸਾਡੇ ਅਧਿਕਾਰ ਨੂੰ ਖਤਰਾ ਪੈਦਾ ਹੋ ਗਿਆ। ਕਿਰਪਾਨ ਦਾ ਇਤਿਹਾਸ ਪੜ੍ਹਿਓ, ਬਹੁਤ ਸਾਰੀਆਂ ਕੁਰਬਾਨੀਆਂ ਦੇ ਕੇ ਤੇ ਫੇਰ ਕਿਰਪਾਨ ਤੁਹਾਨੂੰ ਧਾਰਨ ਕਰਨ ਨੂੰ ਮਿਲੀ ਆ। ਗੋਰੇ ਵੇਲੇ ਵੀ ਬੜੀਆਂ ਕੁਰਬਾਨੀਆਂ ਲੱਗੀਆਂ, ਬੜੇ ਮੋਰਚੇ ਲੱਗੇ, ਅੱਜ ਇਹ ਕਿਰਪਾਨ ਧਾਰਨ ਕਰਨ ਤੋਂ ਤੁਹਾਨੂੰ ਮਿਲਿਆ। ਹੋਣਾ ਕੀ ਆ? ਹੋਣਾ ਇਹ ਆ ਕਿ ਜਦੋਂ ਤੁਹਾਡੇ ਗੱਤਕਾ ਦੂਸਰੀਆਂ ਕੌਮਾਂ ਵੇਲੇ ਖੇਡਣ ਲੱਗ ਪਏ, ਇੱਕ ਕਿ ਤੁਹਾਡੀ ਖੇਡ ਜਿਹੜੀ ਉਹਨਾਂ ਕੋਲ ਚੱਲ ਜਾਣੀ ਹੈ, ਤੁਹਾਡਾ ਜਿਹੜਾ ਮਾਰਸ਼ਲ ਆਰਟ ਉਹਨਾਂ ਕੋਲ ਚੱਲ ਜਾਣਾ। ਜਦੋਂ ਕਿਤੇ ਦੰਗੇ ਫਸਾਦ ਦੇ ਕਿਰਪਾਨਾਂ ਨਾਲ ਚੱਲੇ ਅੱਗੇ ਤੋਂ ਲੱਭਦਾ ਕਰਦੇ, ਅੱਗੇ ਤੇ ਮਾਰਨਾ ਨਹੀਂ ਆਉਂਦਾ। ਨੰਬਰ 1। ਨੰਬਰ 2 ਇਹ ਆ ਕਿ ਧਾਰਾ 25 ਜਿਹੜੀ ਉਹ ਸਾਨੂੰ ਅਧਿਕਾਰ ਦਿੰਦੀ ਹੈ ਕਿ ਅਸੀਂ ਸ਼ਸਤਰ ਰੱਖ ਸਕਦੇ, ਕਿਰਪਾਨ ਰੱਖ ਸਕਦੇ, ਬਰਛਾ ਰੱਖ ਸਕਦੇ, ਉਹਦਾ ਸਾਈਜ਼ ਮੈਂਸ਼ਨ ਨਹੀਂ। ਸੰਵਿਧਾਨ 'ਚ ਉਹਦਾ ਸਾਈਜ਼ ਨਹੀਂ ਲਿਖਿਆ। ਤੁਸੀਂ 3 ਫੁੱਟ ਦੀ ਰੱਖ ਸਕਦੇ, 4 ਫੁੱਟ ਦੀ, 5 ਫੁੱਟ ਦਾ ਬਰਛਾ ਰੱਖ ਸਕਦੇ, 12 ਫੁੱਟ ਦਾ ਰੱਖ ਸਕਦੇ। ਇਸ ਕਰਕੇ ਸਾਨੂੰ ਅਧਿਕਾਰ ਆ ਤੇ ਜਿਸ ਦਿਨ ਤੁਸੀਂ ਅਖਾੜੇ ਰਜਿਸਟਰ ਕਰਾ ਦਿੱਤੇ ਦੂਸਰੀਆਂ ਕੌਮਾਂ ਨੇ ਤੇ ਉਹਨਾਂ ਨੇ ਅਧਿਕਾਰ ਮੰਗਣਾ ਕਿ ਅਸੀਂ ਗੱਤਕੇ ਦੇ ਖਿਡਾਰੀਆਂ ਸਾਨੂੰ ਸ਼ਸਤਰ ਰੱਖਣ ਦਾ ਜਿਹੜਾ ਉਹ ਅਧਿਕਾਰ ਦਿੱਤਾ ਜਾਏ, ਸਾਨੂੰ ਸਾਡੀ ਰਜਿਸਟ੍ਰੇਸ਼ਨ ਕੀਤੀ ਜਾਏ। ਜਿੱਦਾਂ ਉਹਨਾਂ ਦੀ ਰਜਿਸਟ੍ਰੇਸ਼ਨ ਹੋਈ, ਅੱਜ ਤੋਂ ਅਗਰ ਚਾਕੂ ਫੜਿਆ ਜਾਏ ਤੇ 25 ਲਾੜ ਲੱਗਦੀ, ਤੋਪ ਫੜੀ ਜੇ ਬਾਵੇਂ 25 ਲਾੜ ਲੱਗਦੀ ਆ। ਅੱਜ ਤੋਂ ਉਹਨਾਂ ਦਾ ਪਰਚਾ ਹੋ ਜਾਂਦਾ। ਤੇ ਜਦੋਂ ਭਾਈ ਸਾਹਿਬ ਤੁਸੀਂ ਆਪ ਉਹਨਾਂ ਨੂੰ ਹੱਥ ਵੱਢ ਕੇ ਦੇ ਦਿੱਤੇ ਕਿ ਤੁਸੀਂ ਸਾਡੇ ਵਰਗੇ ਗੱਤਕਾਈ ਜੇ, ਤੇ ਫਿਰ ਉਹਨਾਂ ਖਾੜੇ ਨਹੀਂ ਬਣਾਉਣੇ। ਉਹਨਾਂ ਨੇ ਖਾੜੇ ਬਣਾਉਣੇ, ਉਹਨਾਂ ਸ਼ਸਤਰ ਲੈਣੇ, ਸ਼ਸਤਰ ਉਹਨਾਂ ਨੇ ਕਿਰਪਾਨਾਂ ਟਿੱਕੀਆਂ ਕਰਕੇ ਰੱਖੀਆਂ, ਜਿੰਨੇ ਪੰਜਾਬੋਂ ਬਾਹਰ ਉਹਨੇ ਵਰਜਾ ਕਰਨਾ। ਪੰਜਾਬ 'ਚ ਉਹ ਇਸ ਕਰਕੇ ਮੇਰੀ ਬੇਨਤੀ ਆ ਜਿਹੜਾ ਅਸੀਂ ਉਹਦਾ ਵਿਰੋਧ ਕਰਦੇ ਆ ਦੂਸਰੀਆਂ ਕੌਮਾਂ ਨੂੰ ਖੇਡਣ ਦਾ, ਅਸੀਂ ਸਾਰੇ ਨਹੀਂ ਕਰਦੇ ਜੋ ਕੌਮਾਂ ਮਾਰੀਆਂ ਨਹੀਂ।
ਅਸੀਂ ਕਹਿੰਦੇ ਠੀਕ ਆ, ਉਹ ਆਪਣਾ ਖੇਡਣ, ਸਾਨੂੰ ਆਪਣਾ ਖੇਡਣ। ਅਗਲੀ ਗੱਲ, ਅੱਜ ਮੇਰੀ ਪੀਰੀ ਦਿਵਸ ਆ, ਇਹਦੇ ਵਾਸਤੇ ਮੈਂ ਵੀ ਮਾਫੀ ਮੰਗਦਾ, ਮੈਂ ਵੀ ਕਟਾਈ ਕੀਤੀ ਆ। ਮੈਂ ਪਿਛਲੇ ਸਾਲ ਸਿੰਘ ਸਾਹਿਬ ਤੋਂ ਇੱਕ ਮੇਲ ਕੀਤੀ ਸੀ, ਅੱਜ ਕੋਲ ਉਹਦਾ ਰਿਕਾਰਡ ਹੈਗਾ, ਮੈਂ ਦਿਖਾ ਦਿੱਤਾ ਉਹਨਾਂ ਨੂੰ। ਮੈਂ ਬੇਨਤੀ ਕੀਤੀ ਸੀ ਸਿੰਘ ਸਾਹਿਬ ਕੀਤੀ ਮਹੀਨਾ ਕੁ ਪਹਿਲਾਂ ਸੀ, ਕਿਉਂਕਿ ਉਦੋਂ ਕਰੋਨਾ ਸੀ ਤੇ ਦਸਤੀ ਉਦੋਂ ਲਿਆ ਨਹੀਂ ਜਾ ਸਕਦਾ। ਮੇਰੇ ਪੀਏ ਸਾਹਿਬ ਨਾਲ ਗੱਲ ਹੋਈ ਸੀ, ਕਹਿੰਦੇ ਤੁਸੀਂ ਮੇਲ ਕਰ ਦਿਓ। ਮੇਲ ਮੈਂ ਕਰਕੇ ਬੇਨਤੀ ਕੀਤੀ ਸੀ ਕਿ ਸਿੰਘ ਸਾਹਿਬ ਸਾਰੀਆਂ ਹੀ ਕੌਮਾਂ ਜਿਹੜੀਆਂ ਆਪੋ ਆਪਣੇ ਝਾੜੇ ਮਨਾਉਂਦੀਆਂ, ਦਿਵਸ ਮਨਾਉਂਦੀਆਂ ਨੇ, ਆਪੋ ਆਪਣੇ ਟ੍ਰੈਡੀਸ਼ਨਲ ਵਰਦੀ ਹੁੰਦੀਆਂ ਨੇ। ਤੁਸੀਂ ਦੁਸ਼ਹਿਰਾ ਵੇਖ ਲਓ, ਸਾਰੇ ਤੋਂ ਹਨੂੰਮਾਨ ਨਹੀਂ ਬਣਾਉਂਦੇ, ਮੂਰਤੀ ਨਹੀਂ ਬਣਾਉਂਦੇ, ਤੀਰ ਨਹੀਂ ਬਣਾਉਂਦੇ, ਕਰਦੇ ਨਹੀਂ, ਛਕਾਉਂਦੇ ਨਹੀਂ ਕਰਦੇ ਤੁਹਾਡੇ ਉਹਨਾਂ ਬਣਾਇਆ ਗਿਆ। ਮੈਂ ਬੇਨਤੀ ਕੀਤੀ ਸੀ ਕਿ ਜਿਹੜਾ ਮੇਰੀ ਪੀੜੀ ਦਿਵਸ ਆ, ਇਹਦੇ ਉੱਤੇ ਹੁਕਮਨਾਮਾ ਜਾਰੀ ਕਰ ਦਿੱਤਾ ਜਾਏ ਕਿ ਵਰਲਡ 'ਚ ਕਿਤੇ ਵੀ ਸਿੱਖ ਬੈਠਾ ਉਹ ਸ਼ਸਤਰ ਧਾਰਨ ਕਰਕੇ ਉਦੋਂ ਲੱਗੇ। ਜਿੱਦਣ ਮੇਰੀ ਪੀੜੀ ਜਿੱਦਣ ਸ਼ਸਤਰ ਧਾਰਨ ਦਿਵਸ ਹੋਏ, ਉਹ ਭਾਵੇਂ ਉਹਦੇ ਕੋਲ ਸੰਸੀ ਤਿਉਹਾਰ ਹੋਏ ਤੇ ਭਾਵੇਂ ਉਹਦੇ ਕੋਲ ਟ੍ਰੈਡੀਸ਼ਨਲ ਹੋਏ, ਟ੍ਰੈਡੀਸ਼ਨਲ ਤੇ ਪਹਿਲੇ ਹੀ ਪਹਿਲੇ ਚੋਲਾ ਪਾਵੇ, ਚੋਲਾ ਜਾ ਕੇ ਤੋਂ ਸ਼ਸਤਰ ਪਾ ਕੇ ਤੇ ਸ਼ਸਤਰ ਧਾਰਨ ਦੇ ਫੇਰ ਸਾਰੀ ਦੁਨੀਆ ਨੂੰ ਪਤਾ ਲੱਗੇਗਾ ਕਿ ਵਾਕਿਆ ਹੀ ਸ਼ਸਤਰਾਂ ਦੇ ਵਾਰਸ ਹੈਗੇ ਨੇ। ਜੇ ਮੇਰੇ ਰਿਕਾਰਡ ਨਹੀਂ ਕਿਸੇ ਨੂੰ ਪਤਾ, ਇਹ ਗੱਲ ਅਸੀਂ ਬੇਨਤੀ ਅੱਗੇ ਕੀਤੀ ਸੀ ਤੇ ਹੁਣ ਵੀ ਬੇਨਤੀ ਇਹ ਕਰ ਦਿੱਤੀ ਹੈ ਸਰਕਾਰ ਨੂੰ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੁਕਮਨਾਮਾ ਜਾਰੀ ਕਰ ਦਿਓ ਕਿ ਮੇਰੀ ਪੀੜੀ ਦਿਵਸ ਦੇ ਉੱਤੇ ਹਰ ਸਿੱਖ ਜਿਹੜਾ ਹੈ ਉਹ ਸ਼ਸਤਰ ਧਾਰਨ ਕਰੇਗਾ। ਬਾਕੀ ਸਾਡੇ ਸਾਰੇ ਜਾਣੇ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ, ਤੁਸੀਂ ਸਾਰਿਆਂ ਨੇ ਬੜੇ ਲੰਮੇ ਸਮੇਂ ਤੋਂ ਕੰਮ ਕੀਤਾ। ਤੁਸੀਂ ਵੀ ਆਪੋ ਆਪਣੇ ਜਿਹੜੇ ਆ ਉਹ ਵਿਚਾਰ ਜ਼ਰੂਰ ਦਿਓ ਤੇ ਤਾਂ ਕਿ ਚਲੋ ਇੱਕ ਤੁਹਾਡੇ ਸਾਰਿਆਂ ਦੀ ਖੁਸ਼ੀ ਦੀ ਗੱਲ ਇਹ ਹੋਈ ਆ ਵੀ ਗੱਤਕਾ ਲਫ਼ਜ਼ ਜਿਹੜਾ ਸੀ ਉਹ ਸਿੰਘ ਸਾਹਿਬ ਦੇ ਮਗਰ ਬੜੀ ਦੇਰ ਪੈ ਰਹੇ। ਸਿੰਘ ਸਾਹਿਬ ਜੀ ਨੇ ਕਹਾ ਸ਼੍ਰੋਮਣੀ ਕਮੇਟੀ ਨੂੰ ਆਖਿਆ, ਸ਼੍ਰੋਮਣੀ ਕਮੇਟੀ ਨੇ ਸਬ ਕਮੇਟੀ ਬਣਾਈ। ਭਾਈ ਮਨਜੀਤ ਸਿੰਘ ਉਹਨਾਂ ਨੇ ਰਲ ਕੇ ਦਿੱਲੀ ਤੋਂ ਗੱਤਕਾ ਲਫ਼ਜ਼ ਨੂੰ ਪੇਟੈਂਟ ਕਰਾ ਕੇ ਉਹ ਸਾਰਾ ਸ਼੍ਰੋਮਣੀ ਕਮੇਟੀ ਨੂੰ ਅੱਜ ਪ੍ਰਧਾਨ ਸਾਹਿਬ ਨੂੰ ਸਿੰਘ ਸਾਹਿਬ ਨੂੰ ਸੌਂਪ ਦਿੱਤਾ ਕਿ ਮਹਾਰਾਜ ਇਹ ਸਾਰੀ ਇਹ ਤੁਹਾਡੀ ਸ਼੍ਰੋਮਣੀ ਕਮੇਟੀ ਦੀ ਅਮਾਨਤ ਆ, ਪੰਥ ਦੀ ਅਮਾਨਤ ਆ, ਤੁਸੀਂ ਇਹਨੂੰ ਸਾਰੀ ਨੂੰ ਸਾਂਭੋ। ਅਸੀਂ ਇਹਦੇ ਕੋਈ ਹੱਕਦਾਰ ਨਹੀਂ, ਕੋਈ ਅਸੀਂ ਇਹਦੇ ਕੋਈ ਅਸੀਂ 1% ਵੀ ਇਹਦੇ ਵਿੱਚ ਸਾਡੀ ਕੋਈ ਦੂਜੀ ਨਹੀਂ ਹੋਊਗੀ। ਔਰ ਦੂਸਰਾ ਪੁਆਇੰਟ ਇਹ ਵੀ ਨੋਟ ਆਪਾਂ ਕਰਨਾ ਕਿ ਸਾਰਿਆਂ ਨੇ ਆਪਾਂ ਨੂੰ ਬਹੁਤ ਜਾਣਿਆਂ ਨੇ ਕਿਹਾ, 2-3 ਗੱਲਾਂ ਸਾਹਮਣੇ ਆਈਆਂ ਕੱਲ ਵੀ ਮੀਟਿੰਗ ਦੇ ਵਿੱਚ ਵੀ ਇੱਕ ਸਾਡੇ ਸਾਰੇ ਸਿੰਘਾਂ ਨੂੰ ਚਾਹੇ ਕਲਾਕਾਰ ਕੋਈ ਕਿੱਡਾ ਨਾਮਵਰ ਹੋਵੇ, ਜੇ ਉਹ ਪੱਤ ਪਿਆ ਦਾੜੀ ਕੱਟੀ ਉਹ ਵਾਲਾ ਉਹਨੇ ਗਾਣਾ ਭਾਵੇਂ ਧਾਰਮਿਕ ਗਾਇਆ ਹੋਵੇ, ਉਹਦੇ ਮਗਰ ਸਾਡੇ ਗੱਤਕੇ ਦੀ ਟੀਮ ਵਾਲਿਆਂ ਨੂੰ ਸ਼ਸਤਰ ਲੈ ਕੇ ਮਗਰ ਨਹੀਂ ਖੇਡਣਾ ਚਾਹੀਦਾ। ਬੋਲੇ ਸੋ ਨਿਹਾਲ। ਤੇ ਜਿਹੜੇ ਗੱਤਕੇ ਦੇ ਵਿੱਚ ਮੇਰੇ ਵੀਰ ਸਟੰਟ ਕਰਦੇ ਆ, ਉਹ ਵਾਰ-ਵਾਰ ਆਪਾਂ ਦੇਖਿਆ ਕਿੰਨਿਆਂ ਦੀ ਮੌਤ ਹੋ ਚੁੱਕੀ ਆ, ਕਿੰਨਿਆਂ ਦੇ ਸੱਟਾਂ ਲੱਗ ਗਈਆਂ ਤੇ ਕਿੰਨਿਆਂ ਦੇ ਸਿਰਾਂ ਦੇ ਵਿੱਚ ਥੋੜੇ ਵੱਜ ਚੁੱਕੇ ਆ। ਉਹ ਮੇਰਾ ਵੀਰ ਸਾਰੇ ਜਾਣੇ ਗਰੇਜ ਕਰੋ ਤਾਂ ਕਿ ਸਾਨੂੰ ਇੱਕ ਦੂਜੇ ਨੂੰ ਕਹਿਣਾ ਨਾ ਪਵੇ ਸਾਨੂੰ ਇੱਕ ਦੂਜੇ ਨੂੰ ਵੀ ਤੁਸੀਂ ਆ ਸਟੰਟ ਕਰਦੇ। ਇਹ ਸਟੰਟ ਜਿਹੜੇ ਆ ਤੁਹਾਨੂੰ ਆਪਣੇ ਆਪ ਹੀ ਤੁਸੀਂ ਬੰਦ ਕਰ ਦਿਓ। ਸ਼ਾਸਤਰਾਂ ਦੇ ਵਿੱਚ ਜਿੰਨੀ ਮਰਜ਼ੀ ਖੇਡ ਵਧੀਆ ਦਿਖਾਉਣ।